ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। US ਦੇ ਰਾਸ਼ਟਰਪਤੀ ਜੋ ਬਾਈਡਨ ਕੋਵਿਡ-19 ਲਈ ਨਕਾਰਾਤਮਕ ਟੈਸਟ ਕੀਤੇ ਗਏ। ਵਿਸਕਾਂਸਿਨ ਗੁਰਦੁਆਰੇ ਤੇ ਹਮਲੇ ਦੀ ਬਾਈਡਨ ਵੱਲੋਂ ਨਖੇਦੀ। ਅਮਰੀਕਾ ਦੇ ਓਹਾਇਓ ਵਿੱਚ ਅੰਨ੍ਹੇਵਾਹ ਗੋਲੀਬਾਰੀ, 4 ਲੋਕਾਂ ਦੀ ਮੌਤ। ਐਨੀ ਹੇਚੇ ਦੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ। ਭਾਰਤੀ ਮੂਲ ਦੀ ਰੂਪਾਲੀ ਅਮਰੀਕੀ ਕੋਰਟ ਵਿੱਚ ਜੱਜ ਨਿਯੁਕਤ। ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਵੇਗੀ ਅਮਰੀਕੀ ਗਾਇਕਾ ਮੈਰੀ ਮਿਲਬੇਨ। ਹੁਣ ਖਬਰਾਂ ਦਾ ਵਿਸਥਾਰ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦਾ ਕੋਵਿਡ-19 ਟੈਸਟ ਨੈਗੇਟਿਵ ਆਇਆ ਹੈ। ਉਹਨਾਂ ਦੇ ਡਾਕਟਰ ਨੇ ਇਹ ਐਲਾਨ ਕੀਤਾ ਹੈ। 79 ਸਾਲਾ ਕਮਾਂਡਰ ਇਨ ਚੀਫ ਜਿਨ੍ਹਾਂ ਨੂੰ ਜੁਲਾਈ ਵਿੱਚ ਕਰੋਨਾ ਵਾਇਰਸ ਹੋਇਆ ਸੀ, ਉਦੋਂ ਤੱਕ ਅਲੱਗ-ਥਲੱਗ ਰਹੇ ਜਦੋਂ ਤੱਕ ਉਹ ਦੂਜੀ ਵਾਰ ਨਕਾਰਾਤਮਕ ਟੈਸਟ ਨਹੀਂ ਹੋਏ। ਡਾਕਟਰ ਕੇਵਿਨ ਓਕੋਨਰ ਨੇ ਵਾਈਟ ਹਾਊਸ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ, ਰਾਸ਼ਟਰਪਤੀ ਬਹੁਤ ਵਧੀਆ ਮਹਿਸੂਸ ਕਰ ਰਹੇ ਨੇ। ਉਹਨਾਂ ਦੀ ਰਿਬਾਊਂਡ ਸਕਾਰਾਤਮਕ ਨੂੰ ਦੇਖਦੇ ਹੋਏ ਜੋ ਅਸੀਂ ਪਿਛਲੇ ਸ਼ਨੀਵਾਰ ਨੂੰ ਰਿਪੋਰਟ ਕੀਤੀ ਸੀ, ਅਸੀਂ ਰੋਜ਼ਾਨਾ ਨਿਗਰਾਨੀ ਜਾਰੀ ਰੱਖੀ ਹੈ। ਅੱਜ ਸਵੇਰੇ ਉਸ ਦਾ SARS-CoV-2 ਐਂਟੀਜੇਨ ਟੈਸਟ ਨਕਾਰਾਤਮਕ ਸੀ। ਬਿਡੇਨ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਅਤੇ ਡਬਲ ਬੂਸਟ ਕੀਤਾ ਗਿਆ ਹੈ, ਪਹਿਲੀ ਵਾਰ 21 ਜੁਲਾਈ ਨੂੰ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਸੀ। ਉਹਨਾਂ ਨੂੰ ਬਿਮਾਰੀ ਦੇ ਇਲਾਜ ਲਈ ਪੈਕਸਲੋਵਿਡ ਦਿੱਤਾ ਗਿਆ ਸੀ ਅਤੇ ਆਈਸੋਲੇਸ਼ਨ ਵਿੱਚ ਲਿਜਾਇਆ ਗਿਆ ਸੀ। ਬਾਅਦ ਵਿੱਚ ਉਹਨਾਂ ਨੂੰ ਨੈਗੇਟਿਵ ਟੈਸਟ ਕੀਤਾ ਗਿਆ, ਪਰ 30 ਜੁਲਾਈ ਨੂੰ ਦੁਬਾਰਾ ਸਕਾਰਾਤਮਕ ਟੈਸਟ ਕੀਤਾ ਗਿਆ। ਪੈਕਸਲੋਵਿਡ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਅਜਿਹੇ ਰਿਬਾਊਂਡ ਕੇਸ ਆਮ ਹੁੰਦੇ ਨੇ। ਰਾਸ਼ਟਰਪਤੀ ਜਿਨ੍ਹਾਂ ਨੂੰ BA.5 ਸਬ ਵੇਰੀਐਂਟ ਦੁਆਰਾ ਸੰਕਰਮਿਤ ਕੀਤਾ ਗਿਆ ਸੀ, ਉਹਨਾਂ ਨੂੰ ਖੰਘ ਅਤੇ ਹੋਰ ਹਲਕੇ ਲੱਛਣਾਂ ਦਾ ਅਨੁਭਵ ਹੋਇਆ, ਪਰ ਉਹ ਇਕੱਲਤਾ ਵਿੱਚ ਪੂਰੀ ਤਰ੍ਹਾਂ ਕੰਮ ਕਰਨ ਦੇ ਯੋਗ ਹੋ ਗਏ ਨੇ। ਵਿਸਕਾਂਸਿਨ ਦੇ ਗੁਰਦੁਆਰੇ ਤੇ 2012 ਵਿੱਚ ਹੋਏ ਹਮਲੇ ਦੀ 10ਵੀਂ ਬਰਸੀ ਮੌਕੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਦੀ ਨਖੇਦੀ ਕਰਦਿਆਂ ਮੁਲਕ 'ਚੋਂ ਬੰਦੂਕ ਹਿੰਸਾ ਘਟਾਉਣ ਅਤੇ ਘਰੇਲੂ ਅੱਤਵਾਦ ਨੂੰ ਮਾਤ ਦੇਣ ਲਈ ਹਥਿਆਰਾਂ ਤੇ ਪਾਬੰਦੀ ਲਗਾਉਣ ਦਾ ਸੱਦਾ ਦਿੱਤਾ ਹੈ। ਉਹਨਾਂ ਅਮਰੀਕਾ 'ਚੋਂ ਹਰ ਤਰ੍ਹਾਂ ਦੀ ਨਫ਼ਰਤ ਨੂੰ ਵੀ ਖਤਮ ਕਰਨ ਦਾ ਹੋਕਾ ਦਿੱਤਾ ਹੈ। ਜ਼ਿਕਰਯੋਗ ਹੈ ਕਿ 5 ਅਗਸਤ 2012 ਵਿੱਚ ਇੱਕ ਗੋਰੇ ਨੇ ਵਿਸਕਾਂਸਿਨ ਦੇ ਓਕ ਕਰੀਕ ਗੁਰਦੁਆਰੇ ਅੰਦਰ ਗੋਲੀਆਂ ਚਲਾ ਕੇ 6 ਵਿਅਕਤੀਆਂ ਨੂੰ ਮਾਰ ਦਿੱਤਾ ਸੀ। ਇੱਕ ਹੋਰ ਵਿਅਕਤੀ ਨੂੰ ਗੋਲੀਆਂ ਲੱਗਣ ਕਾਰਨ ਅਧਰੰਗ ਹੋ ਗਿਆ ਸੀ ਅਤੇ ਉਸ ਦੀ 2020 ਵਿੱਚ ਮੌਤ ਹੋਈ ਸੀ। ਬਾਈਡਨ ਨੇ ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਓਕ ਕਰੀਕ ਤੇ ਹੋਈ ਗੋਲੀਬਾਰੀ ਅਮਰੀਕਾ ਦੇ ਇਤਿਹਾਸ ਵਿੱਚ ਸਿੱਖਾਂ ਤੇ ਸਭ ਤੋਂ ਘਾਤਕ ਹਮਲਾ ਸੀ। ਪਿਛਲੇ ਇੱਕ ਹਫ਼ਤੇ ਤੋਂ ਸਾਡੇ ਮੁਲਕ ਦੀਆਂ ਇਬਾਦਤਗਾਹਾਂ ਤੇ ਹਮਲੇ ਆਮ ਹੋ ਗਏ ਨੇ। ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਨਫ਼ਰਤ ਨੂੰ ਰੋਕੀਏ। ਕਿਸੇ ਨੂੰ ਵੀ ਪ੍ਰਾਰਥਨਾ ਕਰਨ ਸਮੇਂ ਆਪਣਾ ਸਿਰ ਝੁਕਾਉਣ ਤੇ ਜਾਨ ਦਾ ਖੋਹ ਨਹੀਂ ਹੋਣਾ ਚਾਹੀਦਾ। ਰਾਸ਼ਟਰਪਤੀ ਨੇ ਕਿਹਾ ਕਿ ਓਕ ਕਰੀਕ ਦੀ ਘਟਨਾ ਨੇ ਸਾਰਿਆਂ ਨੂੰ ਰਾਹ ਦਿਖਾਇਆ ਅਤੇ ਚੇਤੇ ਕੀਤਾ ਕਿ ਕਿਵੇਂ ਹਮਲੇ ਮਗਰੋਂ ਸਿੱਖਾਂ ਨੇ ਗੁਰਦੁਆਰਾ ਖੁਦ ਹੀ ਸਾਫ਼ ਕੀਤਾ ਸੀ। ਉਹਨਾਂ ਕਿਹਾ ਕਿ ਅਮਰੀਕੀ ਇਤਿਹਾਸ ਵਿੱਚ ਇੱਕ ਪੀੜਤ ਦਾ ਪੁੱਤਰ ਪਹਿਲਾ ਸਿੱਖ ਬਣ ਗਿਆ ਜੋ ਕਾਂਗਰਸ ਵਿੱਚ ਆਇਆ ਅਤੇ ਉਸ ਨੇ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਖਿਲਾਫ ਨਫ਼ਰਤੀ ਅਪਰਾਧਾਂ ਤੇ ਨੱਥ ਪਾਉਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਹਰ ਸਾਲ ਪੀੜਤਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾ ਕੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਜਾਂਦੀ ਹੈ। ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲੇ ਵਿੱਚ ਓਹਾਇਓ ਦੇ ਬਟਲਰ ਟਾਊਨਸ਼ਿਪ ਵਿੱਚ ਕਈ ਥਾਵਾਂ ਤੇ ਸ਼ੁੱਕਰਵਾਰ ਨੂੰ ਕੁੱਲ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਪੁਲਿਸ ਹੁਣ ਉਸ ਵਿਅਕਤੀ ਦੀ ਭਾਲ ਕਰ ਰਹੀ ਹੈ ਜੋ ਸੰਭਾਵਤ ਤੌਰ ਤੇ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ। ਮੀਡੀਆ ਆਊਟਲੈਟਸ ਨੇ ਇਹ ਜਾਣਕਾਰੀ ਦਿੱਤੀ। ਗੋਲੀਬਾਰੀ ਡੇਟਨ ਦੇ ਬਿਲਕੁਲ ਉੱਤਰ ਵਿੱਚ ਓਹਾਇਓ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਹੋਈ। ਇੱਕ ਮੀਡੀਆ ਬਰੀਫਿੰਗ ਨੂੰ ਸੰਬੋਧਿਤ ਕਰਦੇ ਹੋਏ ਬਟਲਰ ਟਾਊਨਸ਼ਿਪ ਦੇ ਪੁਲਿਸ ਮੁਖੀ ਜੌਨ ਪੋਰਟਰ ਨੇ CNN ਨੂੰ ਦੱਸਿਆ ਕਿ ਸਟੀਫਨ ਮਾਰਲੋ ਦੇ ਸੰਭਾਵਿਤ ਤੌਰ ਤੇ ਹਥਿਆਰਬੰਦ ਅਤੇ ਖਤਰਨਾਕ ਹੋਣ ਦੀ ਸੰਭਾਵਨਾ ਹੈ। ਜੌਨ ਪੋਰਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੌਂਟਗੋਮਰੀ ਕਾਉਂਟੀ ਸ਼ੈਰਿਫ ਦਫ਼ਤਰ, ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ FBI ਅਤੇ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ ATF ਦੁਆਰਾ ਖੋਜ ਵਿੱਚ ਅਧਿਕਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਿਆਨ ਦੇ ਅਨੁਸਾਰ ਜਾਣਕਾਰੀ ਦਰਸਾਉਂਦੀ ਹੈ ਕਿ ਮਾਰਲੋ ਓਹਾਇਓ ਤੋਂ ਬਾਹਰ ਭੱਜ ਗਿਆ ਹੈ। FBI ਨੇ ਕਿਹਾ ਕਿ ਉਸ ਦੇ ਲੈਕਸਿੰਗਟਨ, ਕੈਂਟਕੀ
ਇੰਡੀਆਨਾਪੋਲਿਸ ਅਤੇ ਸ਼ਿਕਾਗੋ ਨਾਲ ਸੰਬੰਧ ਹਨ ਅਤੇ ਮੀਡੀਆ ਪੋਰਟਲ ਦੇ ਅਨੁਸਾਰ ਉਹ ਉਹਨਾਂ ਸ਼ਹਿਰਾਂ ਵਿੱਚ ਇੱਕ ਵਿੱਚ ਹੋ ਸਕਦਾ ਹੈ। ਮਾਰਲੋ ਦੀ ਸਰੀਰਕ ਦਿੱਖ ਦਾ ਵਰਣਨ ਕਰਦੇ ਹੋਏ ਪੋਰਟਰ ਨੇ ਕਿਹਾ ਕਿ ਉਹ ਪੂਰੇ ਵਾਲਾਂ ਵਾਲਾ 5 ਫੁੱਟ 11 ਇੰਚ ਅਤੇ ਲਗਭਗ 160 ਪਾਉਂਡ ਦਾ ਸੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਮਾਰਲੋ 39 ਸਾਲ ਨੇ ਸ਼ਾਰਟਸ ਅਤੇ ਇੱਕ ਪੀਲੀ ਟੀ-ਸ਼ਰਟ ਪਹਿਨੀ ਹੋਈ ਸੀ ਅਤੇ 2007 ਦੀ ਇੱਕ ਚਿੱਟੇ ਫੋਰਡ ਐਜ ਵਿੱਚ ਭੱਜ ਗਿਆ ਸੀ। ਮਾਰਲੋ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ FBI ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਹਾਲੀਵੁੱਡ ਅਦਾਕਾਰਾ ਐਨੀ ਹੇਚੇ ਦੀ ਕਾਰ ਇੱਥੇ ਇੱਕ ਰਿਹਾਇਸ਼ੀ ਇਮਾਰਤ ਨਾਲ ਟਕਰਾ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ ਅਤੇ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਲਾਸ ਐਂਜਲਸ ਟਾਈਮਜ਼ ਦੇ ਇੱਕ ਰਿਪੋਰਟ ਅਨੁਸਾਰ ਲਾਸ ਐਂਜਲਸ ਦੇ ਮਾਰ ਵਿਸਟਾ ਦੇ ਵਾਲਗਰੋਵ ਐਵੇਨਿਊ ਸਥਿਤ ਇੱਕ ਇਮਾਰਤ ਵਿੱਚ ਅੱਗ ਲੱਗ ਗਈ ਅਤੇ ਹੇਚੇ ਦੀ ਕਾਰ ਨੂੰ ਵੀ ਅੱਗ ਲੱਗ ਗਈ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਨੇ ਆਪਣੀ ਵੈਬਸਾਈਟ ਤੇ ਇੱਕ ਬਿਆਨ ਵਿੱਚ ਕਿਹਾ, ਵਾਹਨ ਦੇ ਅੰਦਰ ਮਿਲੀ ਇੱਕ ਬਾਲਗ ਔਰਤ ਨੂੰ LAFD ਪੈਰਾਮੈਡਿਕਸ ਵੱਲੋਂ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਸੀ। ਬਿਆਨ ਮੁਤਾਬਿਕ ਅੱਗ ਬੁਝਾਉਣ ਵਾਲਿਆਂ ਨੂੰ ਅੱਗ ਤੇ ਪੂਰੀ ਤਰ੍ਹਾਂ ਕਾਬੂ ਪਾਉਣ ਨੂੰ 65 ਮਿੰਟ ਲੱਗੇ। ਵਾਹਨ ਦੇ ਅੰਦਰ ਮਿਲੀ ਇੱਕ ਬਾਲਗ ਔਰਤ ਨੂੰ ਬਚਾਇਆ ਗਿਆ, ਜਿਨ੍ਹਾਂ ਨੂੰ ਗੰਭੀਰ ਹਾਲਤ ਵਿੱਚ LAFD ਪੈਰਾਮੈਡਿਕਸ ਵੱਲੋਂ ਇੱਕ ਖੇਤਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ ਕਿਸੇ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇੱਕ ਸੂਤਰ ਨੇ ਬਾਅਦ ਵਿੱਚ ਦੱਸਿਆ ਕਿ ਕਾਰ ਡਰਾਈਵਰ ਅਦਾਕਾਰਾ ਹੇਚੇ 53 ਸਾਲ ਦੀ ਸੀ। ਐਂਟਰਟੇਨਮੈਂਟ ਨਿਊਜ਼ ਪਬਲਿਕੇਸ਼ਨ TMZ ਦੇ ਅਨੁਸਾਰ ਹੇਚੇ ਦੀ ਕਾਰ ਵਾਲਗਰੋਵ ਐਵੇਨਿਊ ਤੇ ਅੱਗ ਲੱਗਣ ਤੋਂ ਕੁਝ ਮਿੰਟ ਪਹਿਲਾਂ ਹਾਦਸਾਗ੍ਰਸਤ ਹੋ ਗਈ ਸੀ। TMZ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਅਤੇ ਦਾਅਵਾ ਕੀਤਾ ਕਿ ਉਸ ਵਿੱਚ ਅਦਾਕਾਰਾ ਆਪਣੀ ਕਾਰ ਵਿੱਚ ਇੱਕ ਸੜਕ ਤੇ ਤੇਜ਼ ਰਫ਼ਤਾਰ ਨਾਲ ਜਾਂਦੀ ਦੇਖੀ ਗਈ ਸੀ। ਅਮਰੀਕੀ ਸੈਨੇਟ ਨੇ US ਕੋਰਟ ਆਫ ਅਪੀਲਸ ਵਿੱਚ 9ਵੇਂ ਸਰਕਿਟ ਲਈ ਭਾਰਤੀ ਅਮਰੀਕੀ ਵਕੀਲ ਰੂਪਾਲੀ H ਦੇਸਾਈ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਹੈ। ਇਸ ਅਦਾਲਤ ਵਿੱਚ ਉਹ ਜੱਜ ਵਜੋਂ ਨਿਯੁਕਤ ਹੋਣ ਵਾਲੀ ਦੱਖਣੀ ਏਸ਼ੀਆਈ ਮੂਲ ਦੀ ਪਹਿਲੀ ਜੱਜ ਬਣ ਗਈ ਹੈ। ਵੀਰਵਾਰ ਨੂੰ ਸੈਨੇਟ ਵਿੱਚ ਦੇਸਾਈ ਦੇ ਹੱਕ ਵਿੱਚ 67 ਅਤੇ ਉਸ ਦੇ ਖਿਲਾਫ 29 ਵੋਟਾਂ ਪਈਆਂ। 9ਵੇਂ ਸਰਕਿਟ ਦਾ ਮੁੱਖ ਦਫ਼ਤਰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਹੈ। ਇਹ ਦੇਸ਼ ਦੀਆਂ 13 ਅਪੀਲੀ ਅਦਾਲਤਾਂ ਚੋਂ ਸਭ ਤੋਂ ਵੱਡੀ ਅਦਾਲਤ ਹੈ। ਸੈਨੇਟ ਦੀ ਨਿਆਂ ਕਮੇਟੀ ਦੇ ਮੁਖੀ ਡਿਕ ਡਰਬੀ ਨੇ ਕਿਹਾ ਕਿ ਦੇਸਾਈ 9ਵੇਂ ਸਰਕਿਟ ਵਿੱਚ ਅਹਿਮ ਯੋਗਦਾਨ ਪਾਵੇਗੀ। ਓਮ ਜੈ ਜਗਦੀਸ਼ ਹਰੇ ਅਤੇ ਜਨ ਗਣ ਮਨ ਦੇ ਇਸ ਨਵੇਂ ਅੰਦਾਜ਼ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਕੀਲਣ ਵਾਲੀ ਅਫਰੀਕੀ ਅਮਰੀਕੀ ਗਾਇਕਾ ਮੈਰੀ ਮਿਲਬੇਨ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਮਨਾਏ ਜਾ ਰਹੇ ਜਸ਼ਨਾਂ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਆਵੇਗੀ। ਇੰਡੀਅਨ ਕਾਉਂਸਲ ਫਾਰ ਕਲਚਰਲ ਰਿਲੇਸ਼ਨਸ ਦੇ ਸੱਦੇ ਤੇ ਭਾਰਤ ਆਉਣ ਤੋਂ ਪਹਿਲਾਂ ਮਿਲਬੇਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, 1959 ਵਿੱਚ ਭਾਰਤ ਦੀ ਯਾਤਰਾ ਕਰਨ ਵਾਲੇ ਡਾਕਟਰ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਮੈਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਇੱਕ ਸੱਭਿਆਚਾਰਕ ਰਾਜਦੂਤ ਵਜੋਂ ਅਮਰੀਕਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਣ ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਬਿਆਨ ਦੇ ਅਨੁਸਾਰ ਮਿਲਬੇਨ ਪਹਿਲੀ ਅਮਰੀਕੀ ਕਲਾਕਾਰ ਹੈ ਜਿਨ੍ਹਾਂ ਨੂੰ ICCR ਨੇ ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਸੱਦਾ ਭੇਜਿਆ। ਉਹ ਅਮਰੀਕਾ ਦੀ ਨੁਮਾਇੰਦਗੀ ਕਰਨ ਵਾਲੀ ਸਰਕਾਰੀ ਮਹਿਮਾਨ ਹੋਵੇਗੀ। ਮਿਲਬੇਨ ਨੇ ਕਿਹਾ, ਮੈਂ ਇਸ ਖੁਸ਼ਹਾਲ ਵਤਨ ਦਾ ਅਨੁਭਵ ਕਰਨ ਦੁਨੀਆ ਭਰ ਵਿੱਚ ਭਾਰਤ ਅਤੇ ਭਾਰਤੀ ਭਾਈਚਾਰੇ ਦੇ ਨਾਲ ਆਪਣੇ ਸਾਰਥਕ ਸੰਬੰਧਾਂ ਦਾ ਜਸ਼ਨ ਮਨਾਉਣ ਅਤੇ ਭਾਰਤ ਦੀ ਆਜ਼ਾਦੀ ਦੇ ਇਸ ਮਹੱਤਵਪੂਰਨ ਸਮਾਰੋਹ ਦੌਰਾਨ ਅਮਰੀਕਾ ਅਤੇ ਭਾਰਤ ਦਰਮਿਆਨ ਮਹੱਤਵਪੂਰਨ ਲੋਕਤਾਂਤਰਿਕ ਗੱਠਜੋੜ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ। ਉਹਨਾਂ ਕਿਹਾ, ਜਦੋਂ ਮੈਂ ਭਾਰਤ ਦੀ ਆਪਣੀ ਪਹਿਲੀ ਯਾਤਰਾ ਦੀ ਤਿਆਰੀ ਕਰ ਰਹੀ ਹਾਂ ਤਾਂ ਮੇਰਾ ਦਿਲ ਧੜਕ ਰਿਹਾ ਹੈ ਬਹੁਤ ਜ਼ੋਰਾਂ ਨਾਲ। ਡਾਕਟਰ ਕਿੰਗ ਨੇ ਇਹਨਾਂ ਸ਼ਬਦਾਂ ਨੂੰ ਦੁਹਰਾ ਰਹੀਆਂ ਕਿ ਦੂਜੇ ਦੇਸ਼ਾਂ ਵਿੱਚ ਮੈਂ ਇੱਕ ਸੈਲਾਨੀ ਵਜੋਂ ਜਾ ਸਕਦੀ ਹਾਂ, ਪਰ ਭਾਰਤ ਵਿੱਚ ਮੈਂ ਇੱਕ ਸ਼ਰਧਾਲੂ ਦੇ ਰੂਪ ਵਿੱਚ ਆਉਂਦੀ ਹਾਂ। ਮਿਲਬੇਨ ਆਪਣੀ ਭਾਰਤ ਫੇਰੀ ਦੌਰਾਨ ਦਿੱਲੀ ਤੋਂ ਇਲਾਵਾ ਲਖਨਊ ਜਾਣ ਦੀ ਵੀ ਯੋਜਨਾ ਬਣਾ ਰਹੀ ਹੈ। ਕੈਨੇਡਾ ਇਸ ਮਹੀਨੇ ਦੇਸ਼ ਵਿੱਚ ਬੰਦੂਕਾਂ ਦੀ ਦਰਾਮਦ ਤੇ ਪਾਬੰਦੀ ਲਗਾ ਦੇਵੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੋ ਮੌਜੂਦਾ ਸਮੇਂ ਕੋਸਟਾ ਰੀਕਾ ਵਿੱਚ ਛੁੱਟੀਆਂ ਤੇ ਨੇ, ਉਹਨਾਂ ਨੇ ਟਵਿੱਟਰ ਤੇ ਘੋਸ਼ਣਾ ਕੀਤੀ ਕਿ 19 ਅਗਸਤ ਤੋਂ ਕੈਨੇਡਾ ਵਿੱਚ ਹੈਂਡਗਨਾਂ ਦੀ ਦਰਾਮਦ ਤੇ ਪਾਬੰਦੀ ਲਗਾਈ ਜਾਵੇਗੀ। ਇਹ ਪਾਬੰਦੀ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਰਾਸ਼ਟਰੀ ਹੈਂਡਗਨ ਫ੍ਰੀਜ਼ ਨਹੀਂ ਹੋ ਜਾਂਦੀ, ਜਿਸ ਨਾਲ ਕੈਨੇਡਾ ਵਿੱਚ ਕਿਤੇ ਵੀ ਹੈਂਡਗਨ ਨੂੰ ਖਰੀਦਣਾ, ਵੇਚਣਾ ਜਾਂ ਟ੍ਰਾਂਸਫਰ ਕਰਨਾ ਅਸੰਭਵ ਹੋ ਜਾਏਗਾ, ਲਾਗੂ ਨਹੀਂ ਹੋ ਜਾਂਦਾ। ਸਰਕਾਰ ਨੇ 24 ਮਈ ਨੂੰ ਟੈਕਸਾਸ ਦੇ ਓਵਾਲਡੇ ਵਿੱਚ ਇੱਕ ਸਕੂਲ ਵਿੱਚ 19 ਬੱਚਿਆਂ ਅਤੇ 2 ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਕੁਝ ਦਿਨਾਂ ਬਾਅਦ ਹੈਂਡਗਨਾਂ ਤੇ ਰਾਸ਼ਟਰੀ ਰੋਕ ਲਈ ਬਿੱਲ C-21 ਪੇਸ਼ ਕੀਤਾ ਸੀ।
उस समय ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਹਾਲਾਂਕਿ ਸੰਬੰਧਿਤ ਬਿੱਲ ਨੂੰ ਸੰਸਦ ਦੁਆਰਾ ਪਾਸ ਕੀਤਾ ਜਾਣਾ ਬਾਕੀ ਹੈ ਜੋ ਕਿ ਆਪਣੀਆਂ ਗਰਮੀ ਦੀਆਂ ਛੁੱਟੀਆਂ ਤੇ ਨੇ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਨਵਾਂ ਕਾਨੂੰਨ ਵਿਅਕਤੀਆਂ ਨੂੰ ਕੈਨੇਡਾ ਵਿੱਚ ਨਵੀਆਂ ਪ੍ਰਾਪਤ ਕੀਤੀਆਂ ਹੈਂਡਗਨਾਂ ਨੂੰ ਲਿਆਉਣ ਅਤੇ ਦੇਸ਼ ਵਿੱਚ ਹੈਂਡਗਨ ਖਰੀਦਣ ਵੇਚਣ ਅਤੇ ट्रांसफर करने तो रोकेगा। हालांकि विदेश मंत्री मेलानी जोली और जनतक सुरक्षा मंत्री मार्को मेडिसिनो द्वारा शुक्रवार को एक संयुक्त रिलीज के अनुसार सरकार कनेडा विच हैंडगना फ्रीज के अंतिम प्रभाव को जल्दी लागू विच लियाउणा चाहुंदी है। उन्होंने इस उपाय को प्रतिबंध हैंडगना के आयात ते एक अस्थाई आयात पाबंदी वजों दर्शाया है। राष्ट्रीय फ्रीज लागू होने तक यह पाबंदी लागू रहेगी। कनेडा विच मंकी पॉक्स के लाग दे हुण तक 957 मामलों की पुष्टि हो चुकी है। पब्लिक हैल्थ एजेंसी अनुसार ओंटारियो विच 449, क्यूबेक विच 407, ब्रिटिश कोलंबिया विच 81, एल्बर्टा विच 16 ਅਤੇ ਸਸਕੈਚੁਅਨ ਅਤੇ ਯੂਕੋਨ ਚ 2-2 ਮਾਮਲੇ ਸਾਹਮਣੇ ਆਏ ਨੇ। PHAC ਨੇ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਵਿੱਚ ਇਮਾਮਫਿਊਨ ਵੈਕਸੀਨ ਦੀਆਂ 80,000 ਤੋਂ ਵੱਧ ਖੁਰਾਕਾਂ ਪ੍ਰਦਾਨ ਕੀਤੀਆਂ ਨੇ ਅਤੇ ਦੇਸ਼ ਭਰ ਵਿੱਚ ਲੈਬ ਭਾਈਵਾਲਾਂ ਨੂੰ ਨਿਯੰਤਰਣ ਸਮੱਗਰੀ ਅਤੇ ਵਿਕੇਂਦਰੀਕ੍ਰਿਤ ਜਾਂਚ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਨੇ। विश्व सेहत संगठन ਅਤੇ संयुक्त राज्य अमेरिका ਵੱਲੋਂ ਮੰਕੀ ਪਾਕਸ ਨੂੰ ਜਨਤਕ ਸਿਹਤ ਐਮਰਜੈਂਸੀ ਵਜੋਂ ਘੋਸ਼ਿਤ ਕੀਤੇ ਜਾਣ ਦੇ ਮੱਦੇਨਜ਼ਰ ਇਸ ਬਾਰੇ ਸਵਾਲ ਉਠਾਏ ਜਾ ਰਹੇ ਨੇ ਕਿ ਕੀ ਕੈਨੇਡਾ ਨੂੰ ਵੀ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੰਕੀ ਪਾਕਸ ਇੱਕ ਵਾਇਰਲ ਬਿਮਾਰੀ ਹੈ ਜੋ ਇੱਕ ਲਾਗ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਰਾਹੀਂ ਇੱਕ ਦੂਜੇ ਵਿਅਕਤੀ ਤੱਕ ਫੈਲ ਸਕਦੀ ਹੈ ਜਿਸ ਵਿੱਚ ਜੱਫੀ, ਚੁੰਮਣਾ, ਮਾਲਿਸ਼ ਜਾਂ ਜਿਨਸੀ ਸੰਬੰਧ ਸ਼ਾਮਿਲ ਨੇ। स्कॉटलैंड विच हर साल हज़ारां लोग प्रदूषण करके समय तो पहला ही अपनी जान गुआ बैठते हैं। एक रिपोर्ट अनुसार स्कॉटलैंड विच हर साल 2500 लोग हवा प्रदूषण के नतीजे वजों समय तो पहला मौत के मुँह विच चले जाते हैं जो बहुत ही चिंताजनक है। जबकि विश्व पद्धर ते वातावरण कारणों करके हर साल 9 मिलियन मौतां जां 6 बालगां चों एक होंदियां ने। इस दे नाल ही कई होर समस्यावां भी जुड़ियां होईयां ने जिवें कि हथियार, धोखाधड़ी, गुलामी ਅਤੇ ਮਨੁੱਖੀ ਸਮਲਿੰਗਿੰਗ ਆਦਿ। ਇਸ ਹਫਤੇ ਇੰਟਰਪੋਲ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਕਿ ਉਸਨੇ 27 ਪ੍ਰਦੂਸ਼ਣ ਅਪਰਾਧ ਦੇ ਮਾਮਲਿਆਂ ਦੀ ਜਾਂਚ ਕੀਤੀ ਹੈ ਕਿ ਕਿਵੇਂ ਕਾਰੋਬਾਰੀ ਲੋਕ ਆਪਣੇ ਮੁਨਾਫੇ ਨੂੰ ਵਧਾਉਣ ਲਈ ਵਾਤਾਵਰਣ ਨਾਲ ਖਿਲਵਾੜ ਕਰ ਰਹੇ ਨੇ। ਰਿਪੋਰਟ ਵਿੱਚ ਕਿਹਾ ਗਿਆ ਕਿ ਕੁਝ ਕੇਂਦਰੀ ਮਾਫੀਆ ਜਾਂ ਗੈਂਗ ਨੇ ਪਰ ਸ਼ੱਕੀ ਵਿਅਕਤੀਆਂ ਦੀ ਵੱਡੀ ਬਹੁਗਿਣਤੀ ਸਨਮਾਨਿਤ ਕਾਰੋਬਾਰੀ ਅਤੇ ਕਾਨੂੰਨੀ ਫਰਮਾਂ ਚਲਾਉਣ ਵਾਲੀਆਂ ਔਰਤਾਂ ਹਨ। इस संबंधी वातावरण एजेंसियां और पुलिस विचाले तालमेल की घाट है जबकि कोई असल विशेष सिखलाई नहीं है। इंटरपोल ने कहा कि एक समूह ने गैर कानूनी तौर पर इस देश तो कूड़ा बरामद किया और इस नूं पोलैंड विच डंप किया जबकि उस समय यह दावा किया कि यूके विच इस दा जायज़ा निपटारा किया गया। उन्हां वल्लों सुट्टे गए कूड़े के नतीजे वजों पोलैंड विच 30-40 ਵਾਰ ਅੱਗਾਂ ਵੀ ਲੱਗੀਆਂ। ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਵੱਧ ਮੁਨਾਫਾ ਜਿਉਣ ਲਈ ਕਮਾਉਣ ਦੀ ਦੌੜ ਵਿੱਚ ਹਾਂ ਪਰ ਜਿਸ ਧਰਤੀ ਤੇ ਰਹਿ ਕੇ ਜਿਉਣਾ ਹੈ ਉਸੇ ਨੂੰ ਹੀ ਪਲੀਤ ਕਰ ਰਹੇ ਹਾਂ। ਸਕਾਟਲੈਂਡ ਦੀ ਸਰਕਾਰ ਦੁਆਰਾ ਸਕਾਟਿਸ਼ ਕੌਂਸਲਾਂ ਨੂੰ 140 ਮਿਲੀਅਨ ਪਾਉਂਡ ਦੀ ਵਾਧੂ ਮਾਲੀ ਮਦਦ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ ਤਾਂ ਜੋ ਸਟਾਫ ਦੀ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਜਾ ਸਕੇ। इस बारे स्कॉटलैंड के डिप्टी फर्स्ट मिनिस्टर जॉन स्विने ने स्थानक अथॉरिटी बाडी कौंसलों नाल गलबात तो बाद वाधू फंडिंग का ऐलान किया। जिक्रयोग है कि स्कूलों, नर्सरियां ते रिसाइकलिंग केंद्रां आदि स्टाफ द्वारा 2% तनख्वाह वाधे की पेशकश नूं रद्द करने तो बाद हड़ताल करने लई वोट दी गई है। इस संबंधी कौंसलों ने यूनाइटेड यूनिसन और JMB यूनियनां दे मैंबरां द्वारा इस उद्योगिक कार्रवाई की संभावना ते चर्चा करने लई शुक्रवार नूं मुलाकात भी की। कौंसल के प्रतिनिधियों अनुसार उन्होंने होर जानकारी की लोड़ है और वह अगले हफ्ते दोबारा मिलणगे। जबकि सुइने ने बाद विच कहा कि स्कॉटिश सरकार कौंसलों नूं एक सोधी हुई तनख्वाह की पेशकश करने विच मदद करने लई फंडिंग के 140 मिलियन पाउंड का योगदान देवेगी। उन्होंने कहा यह वाधू फंडिंग स्थानक सरकारां अते उन्हां दे स्टाफ प्रति साडी वचनबद्धता नूं है अते स्थानक अथॉरिटियां नूं महत्वपूर्ण तौर पर वधी हुई तनख्वाह की पेशकश करने की इजाजत देवेगी। चीन ने ताइवान का दौरा करने वाली अमरीकी प्रतिनिधि सदन की स्पीकर नैन्सी पेलोसी ते उसके परिवारक मैंबरां ते पाबंदियां ला दित्तियां ने। चीन ने वाशिंगटन नाल रखिया वातावरण ते होरनां मुद्दिआं ते होण वाली गलबात भी रद्द कर दी। पेचिंग ने कहा कि अमरीकी आगू ने चीन की प्रभुसत्ता ते एक चीन नीति की
ਉਲੰਘਣਾ ਕੀਤੀ ਹੈ। ਚੀਨ ਵੱਲੋਂ ਲਾਈਆਂ ਪਾਬੰਦੀਆਂ ਹਾਲਾਂਕਿ ਪ੍ਰਤੀਕਾਤਮਕ ਨੇ ਤੇ ਇਹਨਾਂ ਨਾਲ ਪਾਲਿਸੀ ਤੇ ਉਸ ਦੇ ਪਰਿਵਾਰ ਨੂੰ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ। ਪੈਲੋਸੀ ਪਿਛਲੇ 2.5 ਦਹਾਕਿਆਂ ਵਿੱਚ ਤਾਈਵਾਨ ਦੀ ਫੇਰੀ ਪਾਉਣ ਵਾਲੀ ਪਹਿਲੀ ਸਿਖਰਲੀ ਅਮਰੀਕੀ ਆਗੂ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਅਮਰੀਕੀ ਆਗੂ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪਾਬੰਦੀ ਲਾਉਣ ਦਾ ਐਲਾਨ ਕਰਦਿਆਂ ਕਿਹਾ, ਚੀਨ ਦੇ ਵੱਡੇ ਫਿਕਰਾਂ ਤੇ ਤਿੱਖੇ ਵਿਰੋਧ ਦੇ ਬਾਵਜੂਦ ਅਮਰੀਕਾ ਦੇ ਪ੍ਰਤੀਨਿਧ ਸਦਨ ਦੀ ਸਪੀਕਰ ਨੈਂਸੀ ਪੈਲੋਸੀ ਨੇ ਚੀਨ ਦੇ ਤਾਈਵਾਨ ਖਿੱਤੇ ਦਾ ਦੌਰਾ ਕੀਤਾ। ਇਹ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਸਿੱਧਾ ਦਖਲ ਹੈ। ਇਹ ਚੀਨ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਕਮਜ਼ੋਰ ਕਰਨ, ਇੱਕ ਚੀਨ ਸਿਧਾਂਤ ਨੂੰ ਮਦੌਲਣ ਤੇ ਤਾਈਵਾਨ ਜਲਦ ਮਰੂ ਖੇਤਰ ਵਿੱਚ ਅਮਨ ਤੇ ਸਥਿਰਤਾ ਲਈ ਵੰਗਾਰਾਂ ਖੜੀਆਂ ਕਰਨ ਵਾਂਗ ਹੈ। ਲਿਹਾਜ਼ਾ ਪੈਲੋਸੀ ਦੇ ਵਿਲੱਖਣ ਭੜਕਾਊ ਵਤੀਰੇ ਦੇ ਜਵਾਬ ਵਿੱਚ ਚੀਨ ਨੇ ਪੈਲੋਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਢੁਕਵੇਂ ਕਾਨੂੰਨਾਂ ਮੁਤਾਬਿਕ ਪਾਬੰਦੀਆਂ ਲਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਚੀਨ ਨੇ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਸਣੇ ਟਰੰਪ ਪ੍ਰਸ਼ਾਸਨ ਦੇ 28 ਅਧਿਕਾਰੀਆਂ ਖਿਲਾਫ ਵੀ ਪਾਬੰਦੀਆਂ ਲਾਈਆਂ ਸਨ। ਤਾਈਵਾਨ ਨੇ ਅੱਜ ਕਿਹਾ ਕਿ ਚੀਨ ਦੀਆਂ ਫੌਜੀ ਮਸ਼ਕਾਂ ਇਸ ਟਾਪੂ ਤੇ ਹਮਲੇ ਜਿਹੀਆਂ ਜਾਪ ਰਹੀਆਂ ਨੇ ਕਿਉਂਕਿ ਚੀਨ ਦੇ ਕਈ ਜੰਗੀ ਜਹਾਜ਼ਾਂ ਤੇ ਹਵਾਈ ਜਹਾਜ਼ਾਂ ਨੇ ਮੱਧ ਰੇਖਾ ਨੂੰ ਪਾਰ ਕਰ ਲਿਆ ਹੈ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਟਵੀਟ ਕੀਤਾ ਕਿ ਤਾਈਵਾਨ ਦੇ ਰੱਖਿਆ ਬਲਾਂ ਨੇ ਅਲਰਟ ਜਾਰੀ ਕੀਤਾ ਹੈ ਕਿ ਟਾਪੂ ਦੇ ਆਸ-ਪਾਸ ਹਵਾਈ ਤੇ ਜਲ ਸੈਨਾ ਦੀਆਂ ਗਸ਼ਤੀ ਟੁਕੜੀਆਂ ਨੂੰ ਭੇਜਿਆ ਗਿਆ ਹੈ ਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਜ਼ਮੀਨ ਤੇ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਤਿਆਰ ਰੱਖਿਆ ਗਿਆ ਹੈ। ਚੀਨ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਅਮਰੀਕਾ ਦੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਦੀ ਤਾਈਵਾਨ ਯਾਤਰਾ ਤੋਂ ਬਾਅਦ ਇਹ ਆਖਦਿਆਂ ਫੌਜੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਸਨ ਕਿ ਉਹਨਾਂ ਦੀ ਯਾਤਰਾ ਨੇ ਇੱਕ ਚੀਨ ਨੀਤੀ ਦੀ ਉਲੰਘਣਾ ਕੀਤੀ ਹੈ। ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਟਵੀਟ ਕੀਤਾ, ਸਾਡੀ ਸਰਕਾਰ ਤੇ ਫੌਜ ਚੀਨ ਦੀਆਂ ਜੰਗੀ ਮਸ਼ਕਾਂ ਤੇ ਨਜ਼ਰ ਰੱਖ ਰਹੇ ਨੇ ਤੇ ਲੋੜ ਅਨੁਸਾਰ ਜਵਾਬ ਦਿੱਤਾ ਜਾਵੇਗਾ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਚੀਨ ਵੱਲੋਂ ਅਮਰੀਕਾ ਦੀ ਪ੍ਰਤੀਨਿਧ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਵੱਲੋਂ ਇਸ ਹਫ਼ਤੇ ਕੀਤੇ ਜਾ ਰਹੇ ਚੀਨ ਦੇ ਦੌਰੇ ਦੇ ਵਿਰੋਧ ਵਿੱਚੋਂ ਅਮਰੀਕਾ ਨਾਲ ਨਾਰਾਜ਼ਗੀ ਜ਼ਾਹਿਰ ਕਰਨ ਤੇ ਉਸ ਨਾਲੋਂ ਸਬੰਧ ਤੋੜਨ ਮਗਰੋਂ ਜਲਵਾਯੂ ਸੰਕਟ ਜਿਹੇ ਅਹਿਮ ਆਲਮੀ ਮੁੱਦਿਆਂ ਤੇ ਵੱਖਰੇ ਤੌਰ ਤੇ ਗੱਲਬਾਤ ਨਹੀਂ ਕਰਨੀ ਚਾਹੀਦੀ। ਉਹ ਮਨੀਲਾ ਵਿੱਚ ਨਵੇਂ ਚੁਣੇ ਗਏ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਤੇ ਹੋਰ ਉੱਚ ਅਧਿਕਾਰੀਆਂ ਨਾਲ ਮੀਟਿੰਗ ਮਗਰੋਂ ਫਿਲੀਪੀਨਜ਼ ਵਿੱਚ ਆਪਣਾ ਹਮਰੁਤਬਾ ਨਾਲ ਇੱਕ ਆਨਲਾਈਨ ਮੀਡੀਆ ਕਾਨਫਰੰਸ ਮੌਕੇ ਗੱਲਬਾਤ ਕਰ ਰਹੇ ਸਨ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਨਵ ਨਿਯੁਕਤ ਸਰਕਾਰ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਕੈਦੀਆਂ ਨੂੰ ਉਹਨਾਂ ਦੇ ਪਵਿੱਤਰ ਗ੍ਰੰਥਾਂ ਨੂੰ ਯਾਦ ਕਰਨ ਤੇ ਸਜ਼ਾਵਾਂ ਘਟਾਉਣ ਦਾ ਪ੍ਰਸਤਾਵ ਕੀਤਾ ਹੈ। ਪੰਜਾਬ ਸੂਬੇ ਦੇ ਗ੍ਰਹਿ ਵਿਭਾਗ ਦੇ ਵੀਰਵਾਰ ਨੂੰ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੂੰ ਸੂਬੇ ਦੀਆਂ ਜੇਲ੍ਹਾਂ ਵਿੱਚ ਬੰਦ ਈਸਾਈ, ਹਿੰਦੂ ਅਤੇ ਸਿੱਖ ਕੈਦੀਆਂ ਲਈ ਸਜ਼ਾ ਮਿਆਦ ਵਿੱਚ 3 ਤੋਂ 6 ਮਹੀਨੇ ਦੀ ਛੋਟ ਲਈ ਇੱਕ ਸਮਰੀ ਭੇਜੀ ਹੈ। ਸਰਕਾਰ ਦੇ ਗ੍ਰਹਿ ਵਿਭਾਗ ਨੇ ਕੈਦੀਆਂ ਨੂੰ ਉਹਨਾਂ ਦੇ ਪਵਿੱਤਰ ਗ੍ਰੰਥ ਨੂੰ ਯਾਦ ਕਰਨ ਤੇ ਸਜ਼ਾ ਦੀ ਮਿਆਦ ਵਿੱਚ 3 ਤੋਂ 6 ਮਹੀਨਿਆਂ ਦੀ ਛੋਟ ਦੇਣ ਦਾ ਪ੍ਰਸਤਾਵ ਦੇਣ ਲਈ ਮੁੱਖ ਮੰਤਰੀ ਨੂੰ ਇੱਕ ਸਾਰੰਸ਼ ਭੇਜਿਆ ਹੈ। ਪੰਜਾਬ ਦੀ ਜੇਲ੍ਹ ਸੇਵਾ ਦੀ ਅਧਿਕਾਰਿਤ ਵੈਬਸਾਈਟ ਮੁਤਾਬਿਕ ਪਵਿੱਤਰ ਕੁਰਾਨ ਨੂੰ ਯਾਦ ਕਰਨ ਵਾਲੇ ਮੁਸਲਿਮ ਕੈਦੀਆਂ ਨੂੰ ਸਜ਼ਾ ਦੀ ਮਿਆਦ ਵਿੱਚ 6 ਮਹੀਨੇ ਤੋਂ 2 ਸਾਲ ਤੱਕ ਦੀ ਛੋਟ ਮਿਲ ਸਕਦੀ ਹੈ। ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਮਨਜ਼ੂਰੀ ਤੋਂ ਬਾਅਦ ਸਾਰੰਸ਼ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ। ਇਸ ਤੋਂ ਬਾਅਦ ਗ੍ਰਹਿ ਵਿਭਾਗ ਕੈਦੀਆਂ ਦੀ ਸਜ਼ਾ ਮਿਆਦ ਵਿੱਚ ਕਮੀ ਸੰਬੰਧੀ ਸੂਚਨਾ ਜਾਰੀ ਕਰੇਗਾ। ਇਹ ਕਦਮ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਕੈਦੀਆਂ ਨੂੰ ਆਪਣੇ ਪਵਿੱਤਰ ਗ੍ਰੰਥਾਂ ਦਾ ਅਧਿਐਨ ਕਰਨ ਲਈ ਪ੍ਰੇਰਿਤ ਕਰੇਗਾ। ਮਾਰਚ ਵਿੱਚ ਲਾਹੌਰ ਹਾਈ ਕੋਰਟ ਨੇ ਘੱਟ ਗਿਣਤੀ ਕੈਦੀਆਂ ਦੀ ਸਜ਼ਾ ਮੁਆਫੀ ਬਾਰੇ ਪੰਜਾਬ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਸੀ। ਇੱਕ ਈਸਾਈ ਪਟੀਸ਼ਨਰ ਨੇ ਪਾਕਿਸਤਾਨ ਜੇਲ੍ਹ ਨਿਯਮਾਂ 1978 ਦੇ ਨਿਯਮ 215 ਦੇ ਤਹਿਤ ਮੁਸਲਮਾਨਾਂ ਨੂੰ ਦਿੱਤੀ ਗਈ ਛੋਟ ਦਾ ਹਵਾਲਾ ਦਿੰਦੇ ਹੋਏ ਦੂਜੇ ਧਰਮਾਂ ਦੇ ਕੈਦੀਆਂ ਲਈ ਵੀ ਇਸੇ ਤਰ੍ਹਾਂ ਦੀ ਛੋਟ ਦੀ ਬੇਨਤੀ ਕੀਤੀ ਸੀ। ਸਰਕਾਰੀ ਅਨੁਮਾਨਾਂ ਅਨੁਸਾਰ ਪੰਜਾਬ ਸੂਬੇ ਦੀਆਂ 34 ਜੇਲ੍ਹਾਂ ਵਿੱਚ ਇਸ ਵੇਲੇ ਈਸਾਈ, ਹਿੰਦੂ ਅਤੇ ਸਿੱਖ ਸਮੇਤ 1188 ਘੱਟ ਗਿਣਤੀ ਕੈਦੀ ਬੰਦ ਨੇ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ 9 ਸੰਸਦੀ ਸੀਟਾਂ ਤੇ ਉਪ ਚੋਣਾਂ ਲੜਨ ਦੇ ਫੈਸਲੇ ਨਾਲ ਰਾਸ਼ਟਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਹ ਸੀਟਾਂ ਪਾਕਿਸਤਾਨ ਦੀ ਨੈਸ਼ਨਲ ਪਾਰਲੀਮੈਂਟ ਦੇ ਸਪੀਕਰ ਵੱਲੋਂ PTI ਦੇ ਕੁਝ ਸੰਸਦ ਮੈਂਬਰਾਂ ਦੇ ਅਸਤੀਫੇ ਸਵੀਕਾਰ ਕਰਨ ਤੋਂ ਬਾਅਦ ਖਾਲੀ ਹੋਈਆਂ ਨੇ। ਜੇਕਰ ਖਾਨ ਇਹਨਾਂ ਸਾਰੀਆਂ ਸੀਟਾਂ ਤੇ ਚੋਣ ਜਿੱਤ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਨੂੰ ਛੱਡ ਕੇ ਬਾਕੀ ਸੀਟਾਂ ਤੋਂ ਅਸਤੀਫਾ ਦੇ ਕੇ ਉੱਥੇ ਦੁਬਾਰਾ ਉਪ ਚੋਣਾਂ ਕਰਵਾਉਣੀਆਂ ਪੈਣਗੀਆਂ। ਅੰਦਾਜ਼ੇ ਮੁਤਾਬਿਕ ਕਿਸੇ ਹਲਕੇ ਵਿੱਚ ਚੋਣ ਵਿੱਚ ਘੱਟੋ ਘੱਟ ਖਰਚ 5 ਤੋਂ 9 ਕਰੋੜ ਰੁਪਏ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੰਵੇਦਨਸ਼ੀਲ ਅਤੇ ਦੂਰ ਦੁਰਾਡੇ ਖੇਤਰਾਂ ਵਿੱਚ ਇਹ ਲਾਗਤ ਲਗਭਗ 10 ਕਰੋੜ ਰੁਪਏ ਆਵੇਗੀ।
ਖਾਨ ਪਹਿਲਾਂ ਹੀ ਰਾਸ਼ਟਰੀ ਸੰਸਦ ਦੇ ਮੈਂਬਰ ਨੇ। ਸਾਲ 2018 ਵਿੱਚ ਖਾਨ ਨੇ 5 ਹਲਕਿਆਂ ਇਸਲਾਮਾਬਾਦ, ਬੰਨੂ, ਕਰਾਚੀ, ਮੀਆਂਵਾਲੀ ਅਤੇ ਲਾਹੌਰ ਤੋਂ ਚੋਣ ਲੜੀ ਸੀ ਅਤੇ ਇਹ ਸਾਰੀਆਂ ਸੀਟਾਂ ਜਿੱਤੀਆਂ ਸਨ। ਉਹਨਾਂ ਨੇ ਮੀਆਂਵਾਲੀ ਸੀਟ ਬਰਕਰਾਰ ਰੱਖੀ ਅਤੇ ਬਾਕੀ 4 ਸੀਟਾਂ ਤੋਂ ਅਸਤੀਫਾ ਦੇ ਦਿੱਤਾ ਸੀ। ਐਨਡੀਏ ਉਮੀਦਵਾਰ ਜਗਦੀਪ ਧਨਖੜ ਅੱਜ ਦੇਸ਼ ਦੇ 14ਵੇਂ ਉਪ ਰਾਸ਼ਟਰਪਤੀ ਚੁਣੇ ਗਏ ਨੇ। ਉਹਨਾਂ UPA ਅਤੇ ਵਿਰੋਧੀ ਧਿਰਾਂ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੂੰ ਹਰਾਇਆ। ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਸ਼੍ਰੀ ਧਨਖੜ ਨੂੰ 528 ਅਤੇ ਵਿਰੋਧੀ ਉਮੀਦਵਾਰ ਮਾਰਗਰੇਟ ਅਲਵਾ ਨੂੰ 182 ਵੋਟਾਂ ਮਿਲੀਆਂ। ਮਾਰਗਰੇਟ ਅਲਵਾ ਨੇ ਹਾਰ ਸਵੀਕਾਰ ਕਰਦਿਆਂ ਸ਼੍ਰੀ ਧਨਖੜ ਨੂੰ ਉਪ ਰਾਸ਼ਟਰਪਤੀ ਬਣਨ ਤੇ ਵਧਾਈ ਦਿੱਤੀ। ਜਿਵੇਂ ਹੀ ਨਤੀਜਿਆਂ ਦਾ ਐਲਾਨ ਹੋਇਆ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਧਨਖੜ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਮੌਜੂਦਾ ਉਪ ਰਾਸ਼ਟਰਪਤੀ M ਵੈਂਕਈਆ ਨਾਇਡੂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਣੇ ਕਈ ਆਗੂਆਂ ਨੇ ਸ਼੍ਰੀ ਧਨਖੜ ਨੂੰ ਉਪ ਰਾਸ਼ਟਰਪਤੀ ਬਣਨ ਤੇ ਵਧਾਈ ਦਿੱਤੀ। ਉਹ M ਵੈਂਕਈਆ ਨਾਇਡੂ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 10 ਅਗਸਤ ਨੂੰ ਮੁਕੰਮਲ ਹੋ ਰਿਹਾ ਹੈ। ਸ਼੍ਰੀ ਧਨਖੜ ਦਾ ਚੋਣ ਜਿੱਤਣਾ ਯਕੀਨੀ ਮੰਨਿਆ ਜਾ ਰਿਹਾ ਸੀ ਕਿਉਂਕਿ ਭਾਜਪਾ ਨੂੰ ਲੋਕ ਸਭਾ ਵਿੱਚ ਪੂਰਨ ਬਹੁਮਤ ਹਾਸਿਲ ਹੈ, ਜਦਕਿ ਰਾਜ ਸਭਾ ਵਿੱਚ ਉਸ ਦੇ 91 ਮੈਂਬਰ ਨੇ। ਚੋਣ ਦਾ ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਲਾਦ ਜੋਸ਼ੀ ਦੀ ਰਿਹਾਇਸ਼ ਦੇ ਬਾਹਰ ਜਸ਼ਨ ਸ਼ੁਰੂ ਹੋ ਗਏ ਸਨ, ਜਿੱਥੇ ਸ਼੍ਰੀ ਧਨਖੜ ਮੌਜੂਦ ਸਨ। ਸ਼੍ਰੀ ਧਨਖੜ ਦੇ ਗ੍ਰਹਿ ਨਗਰ ਝੁੰਝੁਨੂ ਵਿੱਚ, ਜੋ ਰਾਜਸਥਾਨ ਵਿੱਚ ਹੈ, ਲੋਕਾਂ ਨੇ ਜਸ਼ਨ ਮਨਾਏ। ਰਿਟਰਨਿੰਗ ਆਫਿਸਰ ਨੇ ਦੱਸਿਆ ਕਿ ਕੁੱਲ 780 ਵੋਟਰਾਂ ਚੋਂ 725 ਨੇ ਵੋਟ ਭੁਗਤਾਈ, ਜਿਨ੍ਹਾਂ ਚੋਂ 15 ਵੋਟਾਂ ਅਯੋਗ ਠਹਿਰਾਈਆਂ ਗਈਆਂ। ਉਹਨਾਂ ਕਿਹਾ ਕਿ ਅੱਜ ਸਵੇਰੇ 92.94% ਪੋਲਿੰਗ ਹੋਈ ਸੀ ਅਤੇ ਉਮੀਦਵਾਰ ਨੂੰ ਜਿੱਤ ਲਈ 365 ਵੋਟਾਂ ਦੀ ਲੋੜ ਸੀ। ਸ਼੍ਰੀ ਧਨਖੜ ਨੂੰ 74.36% ਵੋਟ ਪਈਆਂ। ਉਪ ਰਾਸ਼ਟਰਪਤੀ ਲਈ ਹੋਈ ਚੋਣ ਵਿੱਚ 55 ਸੰਸਦ ਮੈਂਬਰਾਂ ਨੇ ਹਿੱਸਾ ਨਹੀਂ ਲਿਆ। ਤ੍ਰਿਣਮੂਲ ਕਾਂਗਰਸ, ਜਿਸ ਦੇ ਕੁੱਲ 39 ਸੰਸਦ ਮੈਂਬਰ ਨੇ, ਉਹਨਾਂ ਨੇ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਨਾ ਪਾਉਣ ਦਾ ਫੈਸਲਾ ਲਿਆ ਸੀ, ਪਰ ਉਸ ਦੇ 2 ਸੰਸਦ ਮੈਂਬਰਾਂ ਸ਼ਿਸ਼ਿਰ ਕੁਮਾਰ ਅਧਿਕਾਰੀ ਅਤੇ ਦਿਬੇਂਦੂ ਅਧਿਕਾਰੀ ਨੇ ਆਪਣੀਆਂ ਵੋਟਾਂ ਪਾਈਆਂ। ਭਾਜਪਾ ਦੇ 2 ਸੰਸਦ ਮੈਂਬਰਾਂ ਸਨੀ ਦਿਓਲ ਅਤੇ ਸੰਜੇ ਧੋਤਰੇ, ਮੁਲਾਇਮ ਸਿੰਘ ਯਾਦਵ ਤੇ ਸਫੀਕੁਰ ਰਹਿਮਾਨ ਬਾਰਕ ਸਮੇਤ ਹੋਰਾਂ ਨੇ ਵੀ ਆਪਣੀ ਵੋਟ ਨਹੀਂ ਪਾਈ। ਕਾਂਗਰਸ ਦੇ ਕੋਰੋਨਾ ਤੋਂ ਪੀੜਿਤ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਨੇ PPE ਕਿੱਟ ਪਹਿਨ ਕੇ ਵੋਟ ਪਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ, ਜਦਕਿ ਵਿਰੋਧੀ ਧਿਰ ਦੇ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਦੁਪਹਿਰ ਬਾਅਦ ਵੋਟ ਪਾਈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀਲਚੇਅਰ ਤੋਂ ਵੋਟ ਪਾਉਣ ਲਈ ਸੰਸਦ ਭਵਨ ਪਹੁੰਚੇ। ਵੋਟ ਪਾਉਣ ਸਮੇਂ CPM ਦੇ ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਉਹਨਾਂ ਦੀ ਸਹਾਇਤਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਲਈ 7ਵੀਂ ਮੀਟਿੰਗ ਦੀ ਅਗਵਾਈ ਕੀਤੀ। ਇਸ ਮੀਟਿੰਗ ਵਿੱਚ ਫਸਲੀ ਵਿਭਿੰਨਤਾ ਤੇ ਕੌਮੀ ਸਿੱਖਿਆ ਨੀਤੀ ਲਾਗੂ ਕਰਨ ਸਮੇਤ ਹੋਰ ਵੱਖ-ਵੱਖ ਵਿਸ਼ਿਆਂ ਬਾਰੇ ਚਰਚਾ ਕੀਤੀ ਗਈ। ਤੇਲੰਗਾਨਾ ਦੇ ਮੁੱਖ ਮੰਤਰੀ K ਚੰਦਰਸ਼ੇਖਰ ਰਾਓ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੂੰ ਦੱਸਿਆ ਕਿ ਉਹਨਾਂ ਕੇਂਦਰ ਦੇ ਸੂਬਿਆਂ ਪ੍ਰਤੀ ਵਿਤਕਰੇ ਭਰੇ ਵਤੀਰੇ ਖਿਲਾਫ ਰੋਸ ਵਜੋਂ ਇਸ ਮੀਟਿੰਗ ਦਾ ਬਾਈਕਾਟ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਫਸਲਾਂ ਲਈ MSP ਲਈ ਕਾਨੂੰਨੀ ਗਾਰੰਟੀ ਸਮੇਤ ਹੋਰ ਕਈ ਮੁੱਦੇ ਇਸ ਮੀਟਿੰਗ ਵਿੱਚ ਚੁੱਕੇ। ਵਰਜੀਨੀਆ ਦੀ ਰਹਿਣ ਵਾਲੀ ਭਾਰਤੀ ਅਮਰੀਕੀ ਅਲੜ ਆਇਰ ਵਾਲਵੇਕਰ ਨੇ ਇਸ ਸਾਲ ਮਿਸ ਇੰਡੀਆ USA ਦਾ ਖਿਤਾਬ ਜਿੱਤ ਲਿਆ। ਆਰਿਆ 18 ਸਾਲ ਉਮਰ ਨੂੰ ਨਿਊ ਜਰਸੀ ਵਿੱਚ ਹੋਏ ਸਾਲਾਨਾ ਮੁਕਾਬਲੇ ਵਿੱਚ ਮਿਸ ਇੰਡੀਆ USA 2022 ਦਾ ਤਾਜ ਪਹਿਨਾਇਆ ਗਿਆ। ਅਭਿਨੇਤਰੀ ਬਣਨ ਦੀ ਇੱਛਾ ਰੱਖਣ ਵਾਲੀ ਆਰਿਆ ਨੇ ਕਿਹਾ, ਆਪਣੇ ਆਪ ਨੂੰ ਪਰਦੇ ਤੇ ਦੇਖਣਾ ਅਤੇ ਫਿਲਮਾਂ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਨਾ ਮੇਰਾ ਬਚਪਨ ਦਾ ਸੁਪਨਾ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।